ਜਲੰਧਰ ਦਾ ਨਵਾਂ ਚੌਧਰੀ ਮਿਲਿਆ ਹੈ ਜਲੰਧਰ ਨੂੰ, ਯਾਨੀ ਕਿ ਸੁਸ਼ੀਲ ਰਿੰਕੂ ਨੇ ਜਿੱਤ ਹਾਸਲ ਕੀਤੀ। ਜਲੰਧਰ ਦਾ ਜੋ ਗੜ ਕਾਂਗਰਸ ਕਿਹਾ ਜਾਂਦਾ ਸੀ, ਕਾਂਗਰਸ ਦਾ ਗੜ ਜਲੰਧਰ ਨੂੰ, ਉਹ ਹੁਣ ਤਖਤਾ ਪਲਟ ਹੁੰਦਾ ਹੋਇਆ ਨਜ਼ਰ ਆਇਆ। ਤਾਂ ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਮਨੀ ਚੋਣ ਜਿੱਤੀ ਹੈ 58691 ਵੋਟਾਂ ਦੇ ਫਰਕ ਦੇ ਨਾਲ। ਸੋ ਬਿਲकुल आखिरकार ਜਲੰਧਰ ਨੂੰ ਨਵਾਂ ਚੌਧਰੀ ਮਿਲ ਚੁੱਕਾ ਹੈ। ਆਖਿਰਕਾਰ ਜਲੰਧਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਖਾਤਾ ਖੋਲਿਆ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ। ਤਾਂ ਲੋਕ ਸਭਾ ਦੇ ਵਿੱਚ ਵੀ ਐਂਟਰੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ। ਸੁਸ਼ੀਲ ਰਿੰਕੂ ਦੇ ਵੱਲੋਂ ਵੱਡੀ ਜਿੱਤ ਦਰਜ ਕੀਤੀ ਗਈ। 58691 ਵੋਟਾਂ ਦੇ ਨਾਲ ਜਿੱਤੇ ਨੇ ਸੁਸ਼ੀਲ ਰਿੰਕੂ ਲੋਕ ਸਭਾ ਦੇ ਵਿੱਚ। ਇਸ ਦੇ ਨਾਲ ਹੀ ਆਪ ਦੀ ਮੁੜ ਐਂਟਰੀ ਹੋ ਗਈ। ਦੂਜੇ ਨੰਬਰ ਤੇ ਰਹੇ ਨੇ ਕਾਂਗਰਸ ਦੇ ਕਰਮਜੀਤ ਕੌਰ ਚੌਧਰੀ, ਤੇ ਤੀਜੇ ਨੰਬਰ ਤੇ ਅਕਾਲੀ ਦਲ ਤੇ ਬੀਐਸਪੀ, ਤੇ ਚੌਥੇ ਤੇ बीजेपी रही है। जलंधर ਦੇ ਵਿੱਚ बीजेपी ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਹਾਲਾਂਕਿ ਗੁਰਜੋਤ ਦਾਅਵੇ ਹਰ ਪਾਰਟੀ ਵੱਲੋਂ ਕੀਤੇ ਗਏ। ਕਾਂਗਰਸ ਵੀ ਕਾਫੀ ਆਸਵੰਦ ਸੀ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ। ਪ੍ਰਤਾਪ ਸਿੰਘ ਬਾਜਵਾ ਦੇ ਸੁੱਤਾ ਕਹਿ ਦਿੱਤਾ ਗਿਆ ਕਿ 1.5 ਲੱਖ ਦੇ ਵੋਟਾਂ ਦੇ ਫਰਕ ਦੇ ਨਾਲ ਜਿੱਤ ਦਰਜ ਕਰਾਂਗੇ, ਪਰ ਉਹ ਸਾਰੇ ਦਾਅਵੇ ਧਰੇ ਦੇ ਧਰਾਏ ਰਹਿ ਗਏ। ਤੇ ਆਖਿਰਕਾਰ ਸੱਤਾ ਧਿਰ ਦੀ ਝੋਲੀ ਦੇ ਵਿੱਚ ਪਈ ਹੈ ਜਲੰਧਰ ਜ਼ਿਮਨੀ ਚੋਣ ਵਾਲੀ ਸੀਟ। ਜਿਸ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ, ਜਿਸ ਤਰ੍ਹਾਂ ਦੇ ਨਾਲ ਹਲਕਾ ਪੱਧਰ ਤੇ ਬੂਥ ਪੱਧਰ ਤੇ ਪਿੰਡ ਤੱਕ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਗਿਆ, ਆਪਣੀ ਗੱਲ ਲੋਕਾਂ ਤੱਕ ਪਹੁੰਚਾਈ ਗਈ, ਤੇ ਉਸ ਦਾ ਕਿਤੇ ਨਾ ਕਿਤੇ ਅਸਰ ਵੀ ਨਜ਼ਰ ਆਇਆ। ਤੇ ਆਖਿਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੱਡੀ ਜਿੱਤ ਦਰਜ ਕੀਤੀ ਗਈ ਹੈ। ਸੁਸ਼ੀਲ ਰਿੰਕੂ ਹਾਲਾਂਕਿ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦਾ ਹਿੱਸਾ ਸਨ, ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ, ਆਪ ਦੇ ਵੱਲੋਂ ਉਮੀਦਵਾਰ ਐਲਾਨਿਆ ਜਾਂਦਾ ਹੈ। ਤੇ ਆਖਿਰਕਾਰ ਸੁਸ਼ੀਲ ਰਿੰਕੂ ਹੁਣ ਲੋਕ ਸਭਾ ਮੈਂਬਰ ਚੁਣੇ ਗਏ ਨੇ। ਆਖਿਰਕਾਰ ਲੋਕ ਸਭਾ ਦੇ ਵਿੱਚ ਇਕਲੌਤੇ ਮੈਂਬਰ ਹੋਣਗੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ। ਹਾਲਾਂਕਿ ਸਮਾਂ ਕੋਈ ਜ਼ਿਆਦਾ ਨਹੀਂ ਉਹਨਾਂ ਦੇ ਕੋਲ, 10 ਤੋਂ 11 ਮਹੀਨੇ ਨੇ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ 11 ਮਹੀਨਿਆਂ ਦੇ ਵਿੱਚ ਜਿਹੜੇ ਵੱਡੇ ਤੌਰ ਤੇ ਜਲੰਧਰ ਦੇ ਕੰਮ ਨੇ ਜਿਹੜੇ ਕਿ ਪੈਂਡਿੰਗ ਪਏ ਹੋਏ ਨੇ, ਪਹਿਲ ਦੇ ਆਧਾਰ ਤੇ ਉਹ ਸਾਰੇ ਕੰਮ ਕੀਤੇ ਜਾਣਗੇ। बिल्कुल सो दूजे नंबर पे कांग्रेस रही है। हालांकि पहला तो ही क्या जा रहा है शुरुआत तो कि आम आदमी पार्टी वर्सेज कांग्रेस है, या कह लीजिए कि कांग्रेस वर्सेज आम आदमी पार्टी है। तो ये तय होना बाकी सी सिर्फ कि दोवां पार्टियां चों जित किसदी होएगी, पर इन्ना जरूर साफ सी कि दोवां दे विचों एक पार्टी जितेगी। और लगातार दोवां पार्टियां दे वल्लों जिक्र किया जा रहा सी, पर जेकर श्रोमणी अकाली दल बसपा का जिक्र करिए या बीजेपी का जिक्र करिए तो यह भी एक इस करके भी पार्टी नूं शायद नुकसान होया है श्रोमणी अकाली दल और बीजेपी दोवां नूं, क्योंकि वक्खो वक्खरे तौर ते ये लड़ियां ने दोवें पार्टियां चोण। ਤਾਂ ਇਸ ਤੋਂ ਪਹਿਲਾਂ ਇਕੱਠੇ ਹੀ ਚੋਣ ਲੜੀ ਗਈ ਸੀ 2019 ਦੇ ਵਿੱਚ। ਤਾਂ ਜਿਸ ਤੋਂ ਬਾਅਦ ਬਸਪਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਕੇ ਚੋਣ ਲੜੀ ਹੈ ਇਕੱਠੇ ਗੱਠਜੋੜ ਦੇ ਨਾਲ। ਤਾਂ ਫਿਰ ਵੀ ਅੰਕੜਾ ਜਿਹੜਾ ਹੈ ਕੁਝ ਵੱਖਰਾ ਨਜ਼ਰ ਆ ਰਿਹਾ ਹੈ। 1,58,000 ਵੋਟ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਖਾਤੇ ਵਿੱਚ ਹੋਈ ਹੈ, ਔਰ ਬੀਜੇਪੀ ਨੂੰ 1,34,800 ਵੋਟਾਂ ਮਿਲੀਆਂ ਨੇ, ਪਰ ਜ਼ਮਾਨਤ ਜ਼ਬਤ ਹੋ ਗਈ ਹੈ। ਔਰ ਸ਼੍ਰੋਮਣੀ ਅਕਾਲੀ ਦਲ ਔਰ ਹੁਣ ਬੀਜੇਪੀ ਦਾ ਅੱਗੇ ਭਵਿੱਖ ਕੀ ਹੋਏਗਾ ਸਿਆਸੀ ਇਹ ਬਾਤ ਦੀਆਂ ਗੱਲਾਂ ਨੇ। ਪਰ ਫਿਲਹਾਲ ਜੇਕਰ ਅਸੀਂ ਲੀਡ ਦਾ ਜ਼ਿਕਰ ਕਰੀਏ, यानी कि आम आदमी पार्टी के खाते 3,02,279 वोट पई है, और 58,000 तो ज्यादा वोटां दे फर्क दे नाल सुशील रिंकू जिते ने। उन्हां दा कहना है कि सरकार दे कम्मां ने जादू कीता है, सरकार दे कम्मां दा बोलबाला है, सरकार दे कम्मां ने ही जिहड़ी है ਉਹ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ, जिस तो बाद ਉਹਨਾਂ ਨੂੰ ਐਡੀ ਵੱਡੀ ਜਿੱਤ ਹਾਸਲ ਹੋਈ ਹੈ। ਤਾਂ ਵੋਟ ਸ਼ੇਅਰ ਦਾ ਜ਼ਿਕਰ ਕਰਾਂਗੇ ਪਰਮਿੰਦਰ, 34% ਵੋਟ ਹਾਸਲ ਹੋਇਆ ਹੈ ਆਮ ਆਦਮੀ ਪਾਰਟੀ। ਸੱਤਾ ਧਿਰ ਨੂੰ ਆਮ ਆਦਮੀ ਪਾਰਟੀ 34.1% ਜਿਹੜਾ ਵੋਟਾਂ ਹਾਸਲ ਹੋਈਆਂ ਨੇ। 27.4 ਜਿਹੜਾ ਕਾਂਗਰਸ ਦੇ ਖਾਤੇ ਗਿਆ, 17.9 ਵੋਟ ਸ਼ੇਅਰ ਜਿਹੜਾ ਕਿ ਅਕਾਲੀ ਦਲ ਦੇ ਖਾਤੇ ਗਿਆ, ਤੇ 15.2 ਬੀਜੇਪੀ ਦੇ ਖਾਤੇ ਹੈ। ਬੀਜੇਪੀ ਦੀ ਚੋਣ ਦੇ ਵਿੱਚ ਜ਼ਮਾਨਤ ਤੱਕ ਜ਼ਬਤ ਹੋ ਗਈ ਹੈ। ਤੇ ਵੋਟ ਸ਼ੇਅਰ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਹੈ, ਦੂਜੇ ਤੇ ਕਾਂਗਰਸ ਹੈ, ਤੀਜੇ ਤੇ ਅਕਾਲੀ ਦਲ ਬੀਐਸਪੀ ਗੱਠਜੋੜ ਹੈ, ਤੇ ਚੌਥੇ ਤੇ ਬੀਜੇਪੀ ਹੈ। ਸੋ ਇੱਕ ਵੱਡੀ ਜਿੱਤ ਜਿਹੜੀ ਕਹੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਵਾਸਤੇ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਉਦੋਂ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਸੀ। 4 ਹਲਕਿਆਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਸੀ। ਪਰ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰਨ ਦੇ ਵਿੱਚ ਕਾਮਯਾਬ ਹੋਈ ਹੈ, ਕਿਉਂਕਿ ਜੇਕਰ ਚੋਣ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਸੱਤਾ ਧਿਰ ਦੇ ਵੱਲੋਂ ਮੁੱਖ ਤੌਰ ਤੇ ਉਸ ਚੀਜ਼ ਤੇ ਫੋਕਸ ਕੀਤਾ ਗਿਆ ਕਿ ਹੁਣ ਤੱਕ ਕਰੀਬ ਜਿਹੜਾ 14 ਮਹੀਨੇ ਦਾ ਕਾਰਜਕਾਲ ਹੈ, 14 ਮਹੀਨੇ ਦੇ ਵਿੱਚ ਕਿਹੜੇ ਵੱਡੇ ਕੰਮ ਜਿਹੜੇ ਕਿ ਲੋਕਾਂ ਵਾਸਤੇ ਕੀਤੇ ਗਏ, ਜਿਸ ਦੇ ਨਾਲ ਸਿੱਧੇ ਤੌਰ ਤੇ ਲੋਕਾਂ ਤੇ ਆਮ ਜਨਤਾ ਨੂੰ ਉਸ ਦੇ ਨਾਲ ਰਾਹਤ ਮਿਲੀ ਹੈ, ਤੇ ਉਸ ਤੇ ਹੀ ਫੋਕਸ ਕੀਤਾ ਗਿਆ। ਉਸ ਦੇ ਆਧਾਰ ਤੇ ਜਿਹੜੀਆਂ ਵੋਟਾਂ ਮੰਗੀਆਂ ਗਈਆਂ, ਤੇ ਲੋਕਾਂ ਨੇ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਲੋਕਾਂ ਨੇ ਉਹ 14 ਮਹੀਨੇ ਦੇ ਵਿੱਚ ਜਿਹੜੇ ਸਰਕਾਰ ਦੇ ਵੱਲੋਂ ਕੰਮ ਕੀਤੇ ਗਏ ਨੇ ਉਸ ਤੇ ਮੋਹਰ ਲਗਾਈ ਹੈ, ਤੇ ਜਿੱਤ ਜਿਹੜੀ ਆ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਗਈ ਹੈ। बिल्कुल सुशील रिंकू ਨੂੰ ਸਵਾਲ ਵੀ ਕੀਤਾ ਗਿਆ ਸੀ ਕਿ ਤੁਹਾਨੂੰ ਕੀ ਲੱਗਦਾ ਪਾਰਟੀ ਨੂੰ ਵੋਟ ਪਈ ਹੈ ਜਾਂ ਤੁਹਾਡੇ ਚਿਹਰੇ ਨੂੰ ਵੋਟ ਪਈ ਹੈ। ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਕੰਮ ਜਿਹੜੇ ਹੋਏ ਨੇ ਇੱਕ ਸਵਾ ਸਾਲ ਦੇ ਵਿੱਚ ਉਹਨਾਂ ਕੰਮਾਂ ਨੂੰ ਵੋਟ ਪਈ ਹੈ, ਯਾਨੀ ਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਵਾਕਈ ਹੀ ਪਾਰਟੀ ਨੂੰ ਵੋਟ ਗਈ ਹੈ। ਔਰ ਜਿਸ ਤੋਂ ਬਾਅਦ ਹੁਣ ਇਹ ਨਤੀਜੇ ਜਿਹੜੇ ਨੇ ਉਹ
ਸਾਹਮਣੇ ਆਏ ਨੇ। ਹਾਲਾਂਕਿ ਸੁਸ਼ੀਲ ਰਿੰਕੂ ਦੇ ਪਤਨੀ ਵੀ ਕਹਿ ਰਹੇ ਸਨ ਕਿ ਹੁਣ ਲੋਕਾਂ ਦੇ ਕੰਮ ਕੀਤੇ ਜਾਣਗੇ। ਜਿਸ ਵੇਲੇ ਅਸੀਂ ਕਾਂਗਰਸ ਛੱਡੀ ਔਰ ਉਸ ਤੋਂ ਬਾਅਦ ਸਾਨੂੰ ਟਿਕਟ ਮਿਲੀ ਤਾਂ ਉਸ ਵੇਲੇ ਵੀ ਘਰ ਦਾ ਮਾਹੌਲ ਕੁਝ ਅਜਿਹਾ ਸੀ ਕਿ ਸਾਡਾ ਸਿਆਸੀ ਭਵਿੱਖ ਦਾਅ ਤੇ ਲੱਗਿਆ ਹੋਇਆ ਸੀ ਔਰ ਹਰ ਕੋਈ ਜਿਹੜਾ ਹੈ ਸਾਡੇ ਪਰਿਵਾਰ ਦੇ ਵਿੱਚ ਇਸ ਕਰਕੇ ਚਿੰਤਤ ਵੀ ਸੀ ਔਰ ਸੋਚ ਵੀ ਰਿਹਾ ਸੀ ਕਿ ਸਾਡਾ ਫੈਸਲਾ ਗਲਤ ਹੈ ਜਾਂ ਸਹੀ ਹੈ। ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਜੋ ਪਿਆਰ ਦਿੱਤਾ ਹੈ ਉਹ ਬਹੁਤ ਜ਼ਿਆਦਾ ਹੈ ਔਰ ਜ਼ਿੰਮੇਵਾਰੀ ਉਸ ਤੋਂ ਵੀ ਜ਼ਿਆਦਾ ਵੱਧ ਗਈ ਹੈ ਤਾਂ ਕੰਮ ਕੀਤੇ ਜਾਣਗੇ। ਤਾਂ ਸੁਭਾਵਿਕ ਤੌਰ ਤੇ ਵੱਖ-ਵੱਖ ਬਿਆਨ ਵੀ ਆ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਕਾਂਗਰਸ ਦੀ ਗੱਲ ਕਰੀਏ ਤਾਂ ਵਧਾਈਆਂ ਦਿੱਤੀਆਂ ਗਈਆਂ ਨੇ ਸੁਸ਼ੀਲ ਰਿੰਕੂ ਨੂੰ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਾਂਗੇ। ਹਾਲਾਂਕਿ ਉਹਨਾਂ ਨੇ ਇੱਕ ਤੰਜ ਕੱਸਿਆ ਹੈ, ਉਹਨਾਂ ਦੇ ਵੱਲੋਂ ਵਧਾਈ ਤਾਂ ਨਹੀਂ ਆਈ ਹੈ ਪਰ ਉਸ ਤੋਂ ਬਾਅਦ ਇਹ ਤਸਵੀਰਾਂ ਵੀ ਕੁਝ ਸਾਹਮਣੇ ਆਈਆਂ ਸਨ ਜਦੋਂ ਕਾਊਂਟਿੰਗ ਦਫ਼ਤਰ ਦੇ ਬਾਹਰ ਇਹ ਰੋਡ ਸ਼ੋ ਇੱਕ ਕਿਸਮ ਦਾ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਵੇਲੇ ਲੋਕਾਂ ਨੇ ਹਾਰ ਪਾਏ, ਉਸ ਵੇਲੇ ਵਧਾਈਆਂ ਦਿੱਤੀਆਂ, ਫੁੱਲਾਂ ਦੀ ਬਰਸਾਤ ਹੋਈ। ਇਹ ਬਹੁਤ ਵੱਡਾ ਇਕੱਠ ਸੁਸ਼ੀਲ ਰਿੰਕੂ ਦਾ ਸਵਾਗਤ ਕਰ ਰਿਹਾ ਸੀ ਔਰ ਇਹ ਤਸਵੀਰਾਂ ਜਿਹੜੀਆਂ ਉਸ ਵੇਲੇ ਦੀਆਂ ਨੇ ਤਾਂ ਅੰਕੜਾ ਵੀ ਦਿਖਾ ਰਹੇ ਹਾਂ ਕਿੰਨੇ ਫਰਕ ਦੇ ਨਾਲ ਜਿੱਤੇ ਨੇ, ਕਿਹਦੀ ਵੋਟ ਕਿਹੜੇ ਪਾਰਟੀ ਦੇ ਖਾਤੇ ਪਈ ਹੈ। ਜਲੰਧਰ ਜ਼ਿਮਨੀ ਚੋਣ ਇਹ ਇੱਕ ਵਕਾਰ ਦਾ ਸਵਾਲ ਆਮ ਆਦਮੀ ਪਾਰਟੀ ਦੇ ਲਈ ਬਣੀ ਹੋਈ ਸੀ। ਉਸ ਤੋਂ ਬਾਅਦ ਦਾਅਵਾ ਕਰ ਰਹੀ ਹੈ ਇਸ ਵੇਲੇ ਮੌਜੂਦਾ ਸਰਕਾਰ ਦਿੱਲੀ ਦੀ ਵੀ ਔਰ ਪੰਜਾਬ ਦੀ ਵੀ, ਯਾਨੀ ਕਿ ਦੋਵੇਂ ਪਾਸੇ ਇਹ ਉਹਨਾਂ ਦਾ ਕਹਿਣਾ ਹੈ ਕਿ ਹੁਣ 24 ਦੇ ਵਿੱਚ ਪੂਰਾ ਤਰ੍ਹਾਂ ਦੇ ਨਾਲ ਸੁਪੜਾ ਸਾਫ਼ ਹੋਏਗਾ, ਯਾਨੀ ਕਿ 13 ਸੀਟਾਂ ਹਾਸਲ ਕਰਨਗੇ ਕਿਉਂਕਿ ਲੋਕਾਂ ਨੇ ਉਹਨਾਂ ਦੇ ਕੰਮ ਸਵੀਕਾਰੇ ਨੇ। ਸੋ ਵਿਧਾਨ ਸਭਾ ਹਲਕਾ ਵਾਈ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਨਤੀਜਿਆਂ ਤੋਂ ਅਸੀਂ ਵਾਕਿਫ ਕਰਵਾ ਰਹੇ ਹਾਂ। ਜਲੰਧਰ ਕੈਂਟ ਦੀ ਗੱਲ ਕੀਤੀ ਜਾਵੇ, ਹਾਲਾਂਕਿ ਜਲੰਧਰ ਕੈਂਟ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਪਰ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ। ਜਲੰਧਰ ਪੱਛਮੀ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ। 35,268 ਵੋਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਨੇ। ਇਸ ਵਿਧਾਨ ਸਭਾ ਹਲਕੇ ਦੇ ਵਿੱਚ ਕਾਂਗਰਸ ਦੂਜੇ ਨੰਬਰ ਤੇ ਰਹੀ ਹੈ ਕਿਉਂਕਿ 9 ਵਿਧਾਨ ਸਭਾ ਹਲਕੇ ਨੇ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ। ਜਲੰਧਰ ਕੇਂਦਰੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ। 24,716 ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਤੇ ਕਾਂਗਰਸ ਦੇ ਖਾਤੇ ਦੇ ਵਿੱਚ 24,368 ਵੋਟਾਂ ਜਿਹੜੀਆਂ ਗਈਆਂ ਨੇ। ਹਾਲਾਂਕਿ ਜ਼ਿਆਦਾ ਅੰਤਰ ਨਹੀਂ ਹੈ ਪਰ ਇੱਥੇ ਵੀ ਪਹਿਲੇ ਨੰਬਰ ਤੇ ਜਿਹੜੀ ਆਮ ਆਦਮੀ ਪਾਰਟੀ ਰਹੀ ਹੈ। ਅਸੀਂ ਵੱਖ-ਵੱਖ ਜਿਹੜੇ ਵਿਧਾਨ ਸਭਾ ਹਲਕਿਆਂ ਦਾ ਜ਼ਿਕਰ ਕਰ ਰਹੇ ਹਾਂ। ਸੋ ਕੁੱਲ ਮਿਲਾ ਕੇ ਜੇਕਰ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ 58,500 ਵੋਟਾਂ ਦੇ ਫਰਕ ਦੇ ਨਾਲ ਆਖਰਕਾਰ ਸੁਸ਼ੀਲ ਰਿੰਕੂ ਜਿਹੜੇ ਆਮ ਆਦਮਾਦੀ ਪਾਰਟੀ ਦੇ ਉਮੀਦਵਾਰ ਸਨ ਜਿੱਤਣ ਦੇ ਵਿੱਚ ਕਾਮਯਾਬ ਹੋਏ ਨੇ, ਜਿਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਲੋਕ ਸਭਾ ਦੇ ਵਿੱਚ ਐਂਟਰੀ ਹੋ ਗਈ ਹੈ। ਪਹਿਲਾਂ ਇਕਲੌਤੇ ਜਿਹੜੇ ਲੋਕ ਸਭਾ ਮੈਂਬਰ ਭਗਵੰਤ ਮਾਨ ਸਨ ਕਿਉਂਕਿ ਉਸ ਤੋਂ ਬਾਅਦ 2022 ਦੀ ਚੋਣ ਦੇ ਵਿੱਚ ਧੂਰੀ ਤੋਂ ਚੋਣ ਲੜਦੇ ਨੇ, ਜਿੱਤ ਦਰਜ ਕਰਦੇ ਨੇ, ਮੁੱਖ ਮੰਤਰੀ ਚੁਣੇ ਜਾਂਦੇ ਤਾਂ ਉਸ ਤੋਂ ਬਾਅਦ ਸੀਟ ਜਿਹੜੀ ਕਿ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਕੋਈ ਵੀ ਮੈਂਬਰ ਆਮ ਆਦਮੀ ਪਾਰਟੀ ਦਾ ਨਹੀਂ ਸੀ ਰਿਹਾ। ਪਰ ਇਸ ਦੇ ਨਾਲ ਹੀ ਹੁਣ ਸੁਸ਼ੀਲ ਰਿੰਕੂ ਜਿਹੜੇ ਕਿ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਹਿਲੇ ਮੈਂਬਰ ਹੋਣਗੇ। ਬਿਲਕੁਲ ਅਸੀਂ ਵੱਖ-ਵੱਖ ਹਲਕਿਆਂ ਦਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਿਉਂਕਿ 9 ਵਿਧਾਨ ਸਭਾ ਹਲਕੇ ਸਨ ਜਿਨ੍ਹਾਂ ਦੇ ਵਿੱਚੋਂ 7 ਤੇ ਆਮ ਆਦਮੀ ਪਾਰਟੀ ਅੱਗੇ ਰਹੀ ਹੈ। ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਜਲੰਧਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਵਿੱਚ। ਸੁਸ਼ੀਲ ਕੁਮਾਰ ਰਿੰਕੂ ਵੱਡੀ ਜਿੱਤ। ਰਿੰਕੂ ਜੀ 60,000 ਦੇ ਠੋਕੀ ਲੀਡ। ਇਹ ਤਾਂ ਜੀ ਦੇਖੋ ਸਰਕਾਰ ਦੇ ਕੀਤੇ ਹੋਏ ਕੰਮ ਮੈਂ ਸਮਝਦਾ ਕਿ 1 ਸਾਲ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਸੀ ਉਹਦੇ ਕਰਕੇ ਅੱਜ ਏਡਾ ਵੱਡਾ ਜਿਹੜਾ ਸਮਰਥਨ ਆ ਲੋਕਾਂ ਨੇ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਮੋਹਰ ਲਗਾਈ। ਆਪਦਾ ਸਰਟੀਫਿਕੇਟ ਲੈ ਲਿਆ, ਫਾਈਨਲ ਐਗਜ਼ੈਕਟ ਫਿਗਰ ਕੀ ਆਈ ਹੈ? 58,691। 58,691। ਹਾਂਜੀ ਰਿੰਕੂ ਜੀ ਵੈਸੇ ਕਿਵੇਂ ਦੇਖਦੇ ਹੋ ਇਹਦੇ ਚ ਤੁਹਾਨੂੰ ਕੀ ਲੱਗਦਾ ਪਾਰਟੀ ਦੀ ਜਿਹੜੀ ਕ੍ਰੈਡੀਬਿਲਿਟੀ ਨੇ ਕੰਮ ਕੀਤਾ ਜਾਂ ਫਿਰ ਸੁਸ਼ੀਲ ਰਿੰਕੂ ਦੇ ਚਿਹਰੇ ਨੇ ਕੰਮ ਕੀਤਾ? ਦੇਖੋ ਪਾਰਟੀ ਸੁਪਰੀਮ ਹੁੰਦੀ ਹੈ, ਚਿਹਰੇ ਸੁਪਰੀਮ ਨਹੀਂ ਹੁੰਦੇ। ਚਿਹਰੇ ਤਾਂ ਲੋਕ ਤਾਂ ਕੰਮ ਕਰਦੇ ਆ। ਮੇਰੇ ਨਾਲ ਕਿੰਨੇ ਹਜ਼ਾਰਾਂ ਲੋਕ ਕੰਮ ਕਰ ਰਹੇ ਸੀ। ਮੁੱਖ ਮੰਤਰੀ ਸਾਹਿਬ ਨੇ ਕਿੰਨਾ ਕੰਮ ਕੀਤਾ, ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿੰਨਾ ਕੰਮ ਕੀਤਾ। ਸੋ ਮੈਂ ਸਮਝਦਾ ਕਿ ਇਹ ਕਲੱਬ ਹੋ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਔਰ ਖਾਸ ਕਰਕੇ ਕਿਉਂਕਿ ਜਦੋਂ ਪਾਰਟੀ ਦੀ ਹਵਾ ਸੀ ਤਾਂ ਉਸ ਸਮੇਂ ਵੀ ਦੁਆਬੇ ਦੇ ਵਿੱਚ ਜਿਹੜੀਆਂ ਜਲੰਧਰ ਦੇ ਵਿੱਚ 5 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨਹੀਂ ਸੀ ਜਿੱਤ ਸਕੀ। ਪਰ ਰਿੰਕੂ ਜੀ ਕਾਂਗਰਸ ਦਾ ਗੜ੍ਹ ਸੀ ਇਹ ਇਲਾਕਾ ਔਰ ਤੁਸੀਂ ਕਾਂਗਰਸ ਦੇ ਵਿੱਚੋਂ ਹੀ ਆਏ ਹੋ ਤਾਂ ਕੀ ਲੱਗਦਾ ਤੁਹਾਨੂੰ ਕਿ ਚੌਧਰੀ ਪਰਿਵਾਰ ਜਾਂ ਫਿਰ ਪਾਰਟੀ ਨੂੰ ਕਿੱਥੇ ਕਮੀ ਰਹਿ ਗਈ? ਕਿਉਂਕਿ ਤੁਸੀਂ ਤਾਂ ਆਏ ਉਧਰੋਂ, ਤੁਹਾਨੂੰ ਤਾਂ ਕੱਲੀ ਚੀਜ਼ ਦਾ ਪਤਾ। ਕਿਹੜੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੀ ਕਮੀ ਜਿਹੜੀ ਕਾਂਗਰਸ ਨੂੰ ਭਾਰੀ ਪੈਗੀ? ਦੇਖੋ ਲੋਕ ਜਿਹੜੇ ਆ ਪਰਿਵਾਰਵਾਦ ਦੀ ਰਾਜਨੀਤੀ ਤੋਂ ਉਕਤਾ ਚੁੱਕੇ ਆ। ਪੰਜਾਬ ਦੇ ਲੋਕ ਪਰਫਾਰਮੈਂਸ ਬੇਸ ਰਾਜਨੀਤੀ ਦੇ ਵਿੱਚ ਵਿਸ਼ਵਾਸ ਰੱਖਦੇ ਆ। ਤਾਂ ਮੈਂ ਸਮਝਦਾ ਕਿ ਅੱਜ ਜਿਹੜੀ ਪਰਿਵਾਰਿਕ ਰਾਜਨੀਤੀ ਹੈ ਉਹਦਾ ਦੁਆਬੇ ਦੇ ਵਿੱਚ ਅੰਤ ਹੋਇਆ ਕਿ ਲੋਕਾਂ ਨੇ ਜਿਹੜਾ ਐਡਾ ਵੱਡਾ ਹੁੰਗਾਰਾ ਜਿਹੜਾ
ਆਮ ਆਦਮੀ ਪਾਰਟੀ ਨੂੰ ਦਿੱਤਾ। ਮੈਂ ਸਮਝਦਾ ਕਿ ਪਰਿਵਾਰਵਾਦ ਦੀ ਜਿਹੜੀ ਰਾਜਨੀਤੀ ਤੋਂ ਸਾਈਡ ਤੇ ਹੋ ਕੇ ਲੋਕਾਂ ਨੇ ਇਸ ਗੱਲ ਦੇ ਉੱਤੇ ਹੰਗਾਰਾ ਭਰਿਆ। ਜਦੋਂ ਤੁਸੀਂ ਪਾਰਟੀ ਦੇ ਵਿੱਚ ਹੁੰਦੇ ਸੀ, ਕਾਂਗਰਸ ਦੇ ਵਿੱਚ, ਤਾਂ ਤੁਸੀਂ ਉਦੋਂ ਉਹਨਾਂ ਨੂੰ ਇਹ ਗੱਲ ਕਹਿੰਦੇ ਰਹੇ ਹੋ ਕਿ ਪਰਿਵਾਰਵਾਦ ਭਾਰਾ ਪੈ ਸਕਦਾ ਜਾਂ ਪਾਰਟੀ ਦੇ ਵਿੱਚ ਜਿਹੜੀਆਂ ਦਿੱਕਤਾਂ ਨੇ ਉਸ ਵੇਲੇ ਕੋਈ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ? ਦੇਖੋ, ਕਾਂਗਰਸ ਦੇ ਵਿੱਚ ਤਾਂ ਤਕਰੀਬਨ ਪਰਿਵਾਰਵਾਦ ਦੀ ਜਿਹੜੀ ਹੈ ਉਹ ਬੜੀ ਜਿਹੜੀ ਹੈ ਮਜ਼ਬੂਤ ਲੋਕ ਆ ਜਿਹੜੇ ਪਰਿਵਾਰਵਾਦ ਜਿਹੜੇ ਕਰਦੇ ਆ, ਤਾਂ ਇੰਨੀ ਮਜ਼ਬੂਤੀ ਦੇ ਨਾਲ ਬੈਠੇ ਆ ਕਿ ਉਹਨਾਂ ਨੂੰ ਸਾਈਡ ਤੇ ਕਰਨਾ ਕਾਂਗਰਸ ਦੇ ਵੱਸ ਦੀ ਗੱਲ ਨਹੀਂ ਹੈ। ਰਿੰਕੂ ਜੀ, ਪਹਿਲਾਂ ਵਿਧਾਨ ਸਭਾ 'ਚ ਬੈਠੇ ਸੀ। ਵਿਧਾਨ ਸਭਾ ਦਾ ਔਰਾ ਇੱਕ ਆਪਣਾ ਹੈ, ਪਾਰਲੀਮੈਂਟ ਦਾ ਔਰਾ ਇੱਕ ਆਪਣਾ ਹੈ। ਉੱਥੇ ਪ੍ਰਧਾਨ ਮੰਤਰੀ ਨੇ ਵੀ ਬੈਠੇ ਹੋਣਾ, ਉੱਥੇ ਗ੍ਰਹਿ ਮੰਤਰੀ ਨੇ ਬੈਠੇ ਹੋਣਾ, ਉੱਥੇ ਵੱਡੇ ਵੱਡੇ ਮੰਤਰੀਆਂ ਨੇ ਬੈਠੇ ਹੋਣਾ, ਵੱਡੇ ਵੱਡੇ ਚਿਹਰਿਆਂ ਨੇ ਬੈਠੇ ਹੋਣਾ। ਸੁਸ਼ੀਲ ਕੁਮਾਰ ਰਿੰਕੂ ਨੇ ਉੱਥੇ ਜਾ ਕੇ ਕਮਾਂਡ ਸੰਭਾਲਣੀ ਹੈ। ਹੁਣ ਤਾਂ ਜਲੰਧਰ ਕਿਉਂ ਪੰਜਾਬ ਦੀ ਕਹੀ ਹੈ ਕਿ ਪੰਜਾਬ ਦੀ ਜ਼ਿੰਮੇਵਾਰੀ ਸੁਸ਼ੀਲ ਕੁਮਾਰ ਰਿੰਕੂ ਦੇ ਮੋਢਿਆਂ ਤੇ ਪਾਤੀ ਹੈ, ਤਾਂ ਸੁਸ਼ੀਲ ਰਿੰਕੂ ਤਿਆਰ ਨੇ ਕਿਸ ਤਰ੍ਹਾਂ ਉੱਥੇ ਜਾ ਕੇ ਆਵਾਜ਼ ਚੁੱਕਣੀ ਹੈ? ਕੀ ਕੁਝ ਜ਼ਹਿਨ ਦੇ ਵਿੱਚ ਚੀਜ਼ਾਂ ਘੁੰਮਣ ਲੱਗ ਗਈਆਂ ਵੀ ਲੈ ਵੀ ਰਿੰਕੂ ਤਿਆਰੀ ਕਰ ਲਓ, ਹੁਣ ਤਾਂ ਜਾ ਕੇ ਦਿੱਲੀ ਬੋਲਣਾ ਪੈਣਾ? ਉਹ ਤਾਂ ਹੈਗਾ ਹੀ ਹੈ ਜੀ, ਉਹ ਤਾਂ ਬੋਲਣਾ ਹੀ ਪੈਣਾ। ਪਰ ਮੈਂ ਸਮਝਦਾ ਕਿ ਜਦੋਂ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ, ਲੋਕਾਂ ਦੇ ਮਸਲੇ ਲੈ ਕੇ ਜਾਂਦੇ ਹੋ, ਤਾਂ ਉਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਿ ਇਹਦੇ 'ਚ ਕਿਹੜਾ ਕਿ ਉਹਦੇ ਜਾ ਕੇ ਆਪਾਂ ਸਾਹਮਣੇ ਕਿਸੇ ਨਾਲ 1 to 1 ਬਹਿਸ ਥੋੜੀ ਨਾ ਕਰਨੀ। ਅਸੀਂ ਤਾਂ ਆਪਣੀ ਗੱਲ ਕਰਨੀ ਹੈ। ਅੱਛਾ, ਵੈਸੇ ਇਸ਼ੂ ਤੁਹਾਨੂੰ ਕੀ ਲੱਗਦਾ ਹੈ? ਕਿਉਂਕਿ ਗੱਲ ਉੱਥੇ ਤਾਂ ਪੰਜਾਬ ਦੀ ਵੀ ਤੁਹਾਨੂੰ ਪੂਰੇ ਪੰਜਾਬ ਦੀ ਚੱਕਣੀ ਪੈਣੀ ਹੈ। ਕਿਹੜਾ ਮੁੱਦਾ ਤੁਹਾਨੂੰ ਲੱਗਦਾ ਹੈ ਕਿ ਰਿੰਕੂ ਦੇ ਹੱਥ 'ਚ ਹੋਣਾ ਕਮਾਂਡ ਆ ਗਈ ਹੈ ਤਾਂ ਮੇਰੇ ਵੱਸ 'ਚ? ਪਹਿਲਾਂ ਮੈਂ ਸੋਚਦਾ ਸੀ ਕਿ ਯਾਰ ਸਾਡੇ ਐਮਪੀ ਆਹ ਕਰਵਾ ਦੇਣ, ਸਾਡੇ ਐਮਪੀ ਆਹ ਕਰਵਾ ਦੇਣ, ਪਰ ਇਹਨਾਂ ਨੇ ਨਹੀਂ ਕਰਵਾਇਆ, ਤਾਂ ਹੁਣ ਮੇਰੇ ਹੱਥ 'ਚ ਆ ਗਿਆ, ਹੁਣ ਮੈਂ ਕਰਵਾ ਕੇ ਦਿਖਾਊਂਗਾ। ਕੋਈ ਜ਼ਹਿਨ ਦੇ ਵਿੱਚ ਚੱਲ ਰਹੀਆਂ ਐਸੀਆਂ ਇੱਕ ਦੋ ਚੀਜ਼ਾਂ? ਦੇਖੋ, ਮੇਰੇ ਜ਼ਿਹਨ ਦੇ ਵਿੱਚ ਸਮਾਰਟ ਸਿਟੀ ਦੇ ਪ੍ਰੋਜੈਕਟ ਚੱਲ ਰਹੇ ਆ, ਮੇਰੇ ਜ਼ਿਹਨ ਦੇ ਵਿੱਚ ਜਲੰਧਰ ਦਾ ਹਵਾਈ ਅੱਡਾ ਚੱਲ ਰਿਹਾ, ਮੇਰੇ ਜ਼ਿਹਨ ਦੇ ਵਿੱਚ ਉਹ ਸੜਕਾਂ, ਉਹ ਫਲਾਈਓਵਰ ਜਿਹੜੇ ਬੰਦ ਪਏ ਆ ਕਾਫੀ ਸਾਲਾਂ ਤੋਂ, ਮੇਰੇ ਜ਼ਿਹਨ ਦੇ ਵਿੱਚ ਉਹ ਚੱਲ ਰਿਹਾ। ਜਲੰਧਰੋਂ ਜਹਾਜ਼ ਉੱਡਣ ਲਾ ਦੇਣੇ ਰਿੰਕੂ ਨੇ? ਕੋਸ਼ਿਸ਼ ਕਰਾਂਗੇ ਜੀ, ਬਿਲਕੁਲ ਉੱਡਣ ਲਾ ਦਈਏ, ਤਾਂ ਕਿ ਕਿਉਂਕਿ ਜਲੰਧਰ ਇੱਕ ਬਿਜ਼ਨਸ ਹੱਬ ਹੀ ਹੈ, ਤਾਂ ਕਿਤੇ ਨਾ ਕਿਤੇ ਵਪਾਰੀ ਵਰਗ ਜਾਂ ਜਿਹੜਾ NRI ਵਰਗ ਆ ਉਹ ਬੜਾ ਪ੍ਰਭਾਵਿਤ ਹੋਇਆ। ਕਿਉਂਕਿ ਦੁਨੀਆ ਭਰ ਦੇ ਵਿੱਚ ਕਹਿ ਲਈਏ ਕਿ ਇੱਥੋਂ ਦੇ ਸਪੋਰਟਸ ਦੇ ਨਾਲ ਸਪੋਰਟਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਬਣਾ ਕੇ ਭੇਜੀਆਂ ਜਾਂਦੀਆਂ, ਤੇ ਫਿਰ ਜੇ ਵਾਕਈ ਜੇ ਤੁਸੀਂ ਇੰਡਸਟਰੀ ਨੂੰ ਉੱਪਰ ਲੈ ਕੇ ਜਾਣਾ ਤਾਂ ਉਹਦੇ ਲਈ 에ਅਰਪੋਰਟ ਵਾਲਾ ਸਟੈਪ ਵਾਕਈ ਵੱਡਾ ਹੋਏਗਾ। ਪਾਰਟੀ ਦੇ ਵਿੱਚ ਵੈਸੇ ਗੱਲਬਾਤ ਤਾਂ ਹੋਈ ਹੈ ਕਿ ਕਿਵੇਂ ਕਿਵੇਂ ਕੀਤਾ ਜਾ ਸਕਦਾ ਹੈ ਪ੍ਰੋਸੈਸ, ਕਿਉਂਕਿ ਚੀਜ਼ਾਂ ਤਾਂ ਹੁਣ ਤਾਂ ਸਟੇਟ 'ਚ ਸਰਕਾਰ ਵੀ ਤੁਹਾਡੀ ਹੈ, ਸੈਂਟਰ 'ਚ ਤੁਸੀਂ ਜਾ ਕੇ ਜ਼ਿੰਮੇਵਾਰੀ ਸਾਂਭਣੀ ਹੈ। ਦੇਖੋ, ਭਗਵੰਤ ਮਾਨ ਸਾਹਿਬ ਨੇ ਹਰ ਸਟੇਜ ਤੇ ਗੱਲ ਕਹੀ ਹੈ ਕਿ ਸਾਰੇ ਪਾਸਵਰਡ ਹੈ ਜਿਹੜੇ ਮੈਂ ਰਿੰਕੂ ਨੂੰ ਦੇ ਦੇਣੇ ਆ, ਤਾਂ ਹੁਣ ਉਹਨਾਂ ਕੋਲੋਂ ਹੌਲੀ ਹੌਲੀ ਕਰਕੇ ਪਾਸਵਰਡ ਸਾਰੇ ਲੈ ਲਾਂਗੇ। ਇੰਨਾ ਵੀ ਪਹਿਲਾਂ ਤਾਂ ਜੀ ਇਕੱਲਾ ਨੇੜੇ ਨੇੜੇ ਦੇ ਆਪਦੇ ਹਲਕੇ ਦੇ ਲੋਕ ਆਉਂਦੇ ਹੋਣੇ, ਤੇ ਹੁਣ ਇਲਾਕਾ ਵੱਡਾ ਹੋ ਗਿਆ, ਹੁਣ ਬਾਹਲੇ ਲੋਕਾਂ ਨੇ ਆ ਕੇ ਤੁਹਾਨੂੰ ਘੇਰਿਆ ਕਰਨਾ ਕਿ ਭਾਈ ਆਹ ਕਰਵਾਓ, ਤੁਹਾਡਾ ਕਿਉਂ, ਤੁਹਾਡਾ ਹੱਥ ਸੌਖਾ ਪੈਂਦਾ? ਹਾਂਜੀ ਹਾਂਜੀ ਜ਼ਰੂਰ। ਮੈਂ ਪਹਿਲੇ ਵੀ ਕਿਹਾ ਕਿ ਲੋਕਾਂ 'ਚ ਰਹਿੰਦੇ ਆ ਤੇ ਲੋਕਾਂ ਲਈ ਹੀ ਕੰਮ ਕਰਾਂਗੇ। ਦਾਇਰਾ ਜ਼ਰੂਰ ਵੱਡਾ ਹੋਇਆ, ਪਰ ਜਨੂਨ ਉਸ ਤੋਂ ਜ਼ਿਆਦਾ ਹੈਗਾ ਕੰਮ ਕਰਨ ਦਾ। ਵੈਸੇ ਕੀ ਲੱਗਦਾ ਤੁਹਾਨੂੰ ਕਿ ਦੇਖੋ ਤੁਸੀਂ ਵੀ ਲੇਡੀਜ਼ ਦੇ ਵਿੱਚ ਜਾਂਦੇ ਰਹੇ ਹੋ, ਕਿਹੜਾ ਪੁਆਇੰਟ ਤੁਹਾਨੂੰ ਲੱਗਦਾ ਕਿ ਜ਼ਿਆਦਾ ਕੰਮ ਕਰ ਗਿਆ? ਹਾਲਾਂਕਿ ਚਰਚਾ ਇੱਕ ਪੁਆਇੰਟ ਦੀ ਬਹੁਤ ਚੱਲ ਰਹੀ ਹੈ, ਪਰ ਕਿਉਂਕਿ ਤੁਸੀਂ ਜੀ ਜ਼ੀਰੋ ਬਿੱਲ ਜਿਹੜਾ ਬਿਜਲੀ ਦਾ ਉਹ ਜ਼ਿਆਦਾ ਕੰਮ ਕਰ ਗਿਆ। ਉਹ ਕਿਉਂਕਿ ਮੈਨੂੰ ਪਿੰਡਾਂ 'ਚ ਜਾਣ ਦਾ ਮੌਕਾ ਮਿਲਿਆ, ਔਰ ਜਿਹੜੇ ਪਿੰਡਾਂ ਦੀਆਂ ਮਹਿਲਾਵਾਂ ਸੀ ਉਹ ਜ਼ੀਰੋ ਬਿੱਲ ਆਉਣ 'ਤੇ ਬਹੁਤ ਖੁਸ਼ ਸੀ। ਉਹ ਮੈਨੂੰ ਦੱਸ ਰਹੀਆਂ ਸੀ ਕਿ ਸਾਡਾ ਮਹੀਨੇ ਦਾ 3-4 ਹਜ਼ਾਰ ਰੁਪਏ ਜਿਹੜਾ ਬਚ ਜਾਂਦਾ, ਉਹ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਪਹਿਲ ਦੇ ਆਧਾਰ 'ਤੇ ਜਲੰਧਰ ਸ਼ਹਿਰ 'ਚ ਜਿਹੜੇ ਸਮਾਰਟ ਸਿਟੀ ਦੇ ਪ੍ਰੋਜੈਕਟ ਬੰਦ ਪਏ ਨਾ, ਉਹਨਾਂ ਨੂੰ ਸ਼ੁਰੂ ਕਰਵਾਉਣਾ ਚਾਹੀਦਾ। ਉਹਨਾਂ ਨੂੰ ਸ਼ੁਰੂ ਕਰਾਵਾਂਗੇ ਔਰ ਉਹਨਾਂ ਨੂੰ ਕੰਪਲੀਟ ਵੀ ਕਰਾਵਾਂਗੇ, ਕਿਉਂਕਿ ਮੈਂ ਜਲੰਧਰ ਸ਼ਹਿਰ 'ਚ ਗਈ ਹਾਂ ਜਦੋਂ ਡੋਰ ਟੂ ਡੋਰ ਕਰਨ। ਲੋਕ ਕਹਿ ਰਹੇ ਸੀ ਕਿ ਜਲੰਧਰ ਸ਼ਹਿਰ ਦੀਆਂ ਸੜਕਾਂ ਦਾ ਬੜਾ ਬੁਰਾ ਹਾਲ ਹੈ। ਅਗਰ ਭਾਜੀ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਸੜਕਾਂ ਬਣਾਈਆਂ ਜਾਣ, ਜਿਹੜੇ ਵੱਡੇ ਜਿਹੜੇ ਹੈਗੇ ਪ੍ਰੋਜੈਕਟ ਉਹ ਬਾਅਦ 'ਚੋਂ ਵੀ ਹੋ ਸਕਦੇ। ਸੋ ਜਿਹੜਾ ਸਮਾਰਟ ਸਿਟੀ ਦੇ ਪ੍ਰੋਜੈਕਟ ਉਹਨਾਂ ਨੂੰ ਕਰਾਂਗੇ। ਮੈਂ ਆਦਮਪੁਰ ਗਈ, ਮੈਂ ਜਦੋਂ ਪਹਿਲੀ ਵਾਰੀ ਆਦਮਪੁਰ ਗਈ ਸੀ ਤਾਂ ਉੱਥੇ ਬੜੀ ਨੈਗੇਟਿਵਿਟੀ ਸੀ, ਔਰ ਮਨ 'ਚ ਲੱਗਾ ਕਿ ਸ਼ਾਇਦ ਆਪਾਂ ਜਿੱਤ ਨਹੀਂ ਪਾ ਪਾਵਾਂਗੇ, ਕਿਉਂਕਿ ਆਦਮਪੁਰ ਬਿਲਕੁਲ ਕਹਿ ਰਹੇ ਸੀ ਕਿ ਆਪਾਂ ਵੋਟ ਨਹੀਂ ਪਾਣੀ। ਸੋ ਲੋਕਾਂ ਨੂੰ ਮੋਟੀਵੇਟ ਕੀਤਾ, ਲੋਕਾਂ ਦੇ ਘਰ 'ਚ ਗਏ ਔਰ ਲੋਕਾਂ ਨੂੰ ਕਿਹਾ ਕਿ ਤੁਸੀਂ ਇੱਕ ਮੌਕਾ ਦੇ ਕੇ ਦੇਖੋ, ਆਪਾਂ ਸੜਕ ਬਣਾਵਾਂਗੇ। ਸੋ ਉਹ ਸੜਕ ਵੀ ਆਪਾਂ ਪਹਿਲ ਦੇ ਆਧਾਰ ਤੇ ਬਣਾਉਣੀ ਹੈ, ਔਰ ਜਿਹੜਾ 에ਅਰਪੋਰਟ ਬੰਦ ਪਿਆ ਆਪਾਂ ਉਹ ਵੀ ਸ਼ੁਰੂ ਕਰਾਉਣਾ ਪਿਆ। ਸੋ ਅਸੀਂ ਪੂਰੀ ਗੱਲਬਾਤ ਸੁਣੀ ਹੈ ਜਿਹੜੀ ਕਿ ਨਵੇਂ ਜਿੱਤੇ ਜਿਹੜੇ ਸੁਸ਼ੀਲ ਰਿੰਕੂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ, ਉਹਦੇ ਨਾਲ ਵੀ ਨਪਿੰਦਰ ਸਿੰਘ ਬਰਾੜ ਦੀ ਵੱਲੋਂ ਗੱਲਬਾਤ ਕੀਤੀ ਗਈ, ਉਹਨਾਂ ਧਰਮ ਪਤਨੀ ਨਾਲ ਗੱਲਬਾਤ ਕੀਤੀ ਗਈ, ਉਹਨਾਂ ਕੰਮਾਂ ਦਾ ਜ਼ਿਕਰ ਕੀਤਾ ਗਿਆ ਕਿ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਹੈ ਜਲੰਧਰ ਦੇ ਲੋਕਾਂ ਵਾਸਤੇ ਉਹ ਕੀਤੇ ਜਾਣਗੇ, ਜਿਹੜੇ ਕਿ ਪੈਂਡਿੰਗ ਪ੍ਰੋਜੈਕਟ ਪਏ ਹੋਏ ਨੇ ਉਹਨਾਂ ਤੇ ਫੋਕਸ ਕੀਤਾ ਜਾਵੇਗਾ। ਉਹਨਾਂ ਤਮਾਮ ਕੰਮਾਂ ਦਾ ਜ਼ਿਕਰ ਕਰਦੇ ਨਜ਼ਰ ਆਏ ਨੇ ਸੁਸ਼ੀਲ ਰਿੰਕੂ। ਸੋ ਵੱਡੀ ਜਿੱਤ ਜਿਹੜੀ ਦਰਜ ਕੀਤੀ ਗਈ
ਤੇ ਜਿਹੜੇ ਕੈਬਨਿਟ ਮੰਤਰੀ ਨੇ ਹਰਪਾਲ ਚੀਮਾ ਜਿਹੜੇ ਕਿ ਇਸ ਚੋਣ ਦੇ ਇੰਚਾਰਜ ਵੀ ਸਨ, ਇਸ ਤੋਂ ਇਲਾਵਾ ਬਾਕੀ ਜਿਹੜੇ ਉਹਨਾਂ ਦੇ ਕੈਬਨਿਟ ਦਾ ਹਿੱਸਾ ਨੇ, ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਜਿੱਤ ਦੀ ਵਧਾਈ ਦਿੱਤੀ ਗਈ, ਜਸ਼ਨ ਮਨਾਇਆ ਗਿਆ ਕਿਉਂਕਿ ਕੈਬਨਿਟ ਮੰਤਰੀਆਂ ਦੀ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜੀ ਡਿਊਟੀ ਲਗਾਈ ਗਈ ਸੀ। ਹਰ ਕੈਬਨਿਟ ਮੰਤਰੀ ਨੂੰ ਹਲਕਾ ਦਿੱਤਾ ਗਿਆ ਸੀਗਾ, ਹਲਕੇ ਦੇ ਵਿੱਚ ਪਿੰਡ-ਪਿੰਡ ਜਾ ਕੇ ਜਿਹੜਾ ਪ੍ਰਚਾਰ ਕਰਦੇ ਸਨ ਤੇ ਇੱਕ ਤਰ੍ਹਾਂ ਦੀ ਜਿਹੜੀ ਰਣਨੀਤੀ ਖਾਸ ਤੌਰ ਤੇ ਇਸ ਚੋਣ ਪ੍ਰਚਾਰ ਦੇ ਵਿੱਚ ਘੜੀ ਗਈ, ਉਸ ਦਾ ਵੀ ਨਤੀਜਾ ਆਮ ਆਦਮੀ ਪਾਰਟੀ ਨੂੰ ਮਿਲਿਆ ਕਿ ਜਿਹੜੀ ਸੀਟ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਉਹ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਈ ਹੈ। ਤੁਹਾਨੂੰ ਤਸਵੀਰਾਂ ਵਿਖਾ ਰਹੇ ਇੱਕ ਪਾਸੇ ਜਿਵੇਂ ਕਿ ਸੁਚੀਰ ਰਿੰਕੂ ਦੇ ਵੱਲੋਂ ਜਿੱਤ ਤੋਂ ਬਾਅਦ ਚ ਰੋਡ ਸ਼ੋਅ ਕੱਢਿਆ ਗਿਆ ਤੇ ਦੂਜੇ ਪਾਸੇ ਕੈਬਨਿਟ ਮੰਤਰੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ, ਮੂੰਹ ਮਿੱਠਾ ਕਰਵਾਉਂਦੇ ਹੋਏ ਜਿੱਤ ਦੀ ਵਧਾਈ ਦਿੱਤੀ ਗਈ, ਜਿੱਤ ਦਾ ਜਸ਼ਨ ਮਨਾਇਆ ਗਿਆ।